ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਆਪੇ ਹੋਆ। ਆਪੀ ਨੇ ਆਪ ਸਾਜਿਉਨ, ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ। ਸਭ ਉਮਤ ਅਵਣ ਜਾਮਣੀ, ਆਪੇ ਹੀ ਨਵਾ ਨਰੁਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੁਆ। ਭੋਗ ਬਣਹੁ ਤੇ ਆਥ ਬਣਹੁ, ਚੌ ਚੱਕੀ ਕੀਨ ਦੁਆ। ਜਿਨੀ ਗੁਰੂ ਨਾਲ ਸੇਵਿਓ, ਮਨ ਮੁਖਾਂ ਪਾਇਆ ਮੁਆ। ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਆਪੇ ਹੋਆ। ਸਾਹਿਬ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ, ਜਬਰ ਸ਼ਤਰ ਤਖਤ ਦੇ ਮਾਲਕ, ਗੁਰਗੱਦੀ ਪਰ ਸੁਭਾਇਮਾਨ, ਜਗਦੀ ਜੋਤ ਹਾਜ਼ਰਾ ਹਜੂਰ। ਸਤਿਗੁਰੂ ਸੱਚੇ ਪਾਤਸ਼ਾਹ ਗਿਆਨ ਦੇ ਸਾਗਰ, ਕਿਰਪਾ ਦੇ ਭੰਡਾਰੇ, ਦਇਆ ਦੇ ਸੋਮੇ, ਕੁੱਲ ਕਾਇਨਾਤ ਦੇ ਸਾਂਝੇ ਰਹਿਬਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਓਟ ਆਸਰਾ ਤੱਕਦੇ ਹੋਏ ਅੰਮ੍ਰਿਤ ਵੇਲੇ ਤੋਂ ਮਾਲਕ ਜੀ ਦੀ ਸਿਫਤ ਉਸਤਤ ਕਰਨ ਦੇ ਵਾਸਤੇ ਦਾਤਾ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹਾਂ। ਸੋ ਆਓ ਜੀ, ਗੁਰੂ ਪਿਤਾ ਅੰਮ੍ਰਿਤ ਦੇ ਦਾਤੇ ਦਸ਼ਮੇਸ਼ ਪਿਤਾ ਜੀ ਦੇ ਵੱਲੋਂ ਜੋ ਫਤਿਹ ਦੀ ਦਾਤ ਸਾਨੂੰ ਬਖਸ਼ੀ ਹੋਈ ਹੈ, ਦੋਨੋਂ ਹੱਥ ਜੋੜਦੇ ਹੋਏ ਸਾਹਿਬ ਜੀ ਨੂੰ ਸੀਸ ਝੁਕਾ ਕੇ ਕਰੋ ਜੀ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਰਾਗ ਦੇ ਅੰਦਰ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਤ ਦੋਨਾਂ ਦੇ ਵੱਲੋਂ ਪੰਜ ਗੁਰੂ ਸਾਹਿਬਾਨਾਂ ਜੀ ਦੀ ਉਸਤਤ, ਉਹਨਾਂ ਦੀ ਵਡਿਆਈ ਕਰਦਿਆਂ ਹੋਇਆਂ ਆਪਣੀ ਜਿਹੜੀ ਵਾਰ ਹੈ ਉਹਦੇ ਰਾਹੀਂ ਸਤਿਗੁਰੂ ਜੀ ਦੇ ਪਾਵਨ ਵਿਚਾਰਧਾਰਾ, ਗੁਰੂ ਦੀ ਉਸਤਤ, ਸਤਿਗੁਰੂ ਸੱਚਾ ਜਿਹੜਾ ਹੈ ਉਹ ਆਪ ਜਿੱਥੇ ਸੱਚਾ ਹੈ, ਜਿਹੜਾ ਵੀ ਉਹਦੇ ਨਾਲ ਜੁੜਦਾ ਹੈ, ਉਹਦੀ ਸੰਗਤ ਕਰਦਾ ਹੈ, ਉਹ ਵੀ ਹਮੇਸ਼ਾ ਵਾਸਤੇ ਉਸ ਸੱਚ ਦੇ ਮਾਰਗ ਨੂੰ ਅਪਣਾ ਕੇ ਚੱਲਦਾ ਹੈ, ਜਿਹਦੇ ਨਾਲ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਮਾਣ ਸਨਮਾਨ ਹਾਸਲ ਹੁੰਦਾ ਹੈ ਅਤੇ ਉਸ ਗੁਰੂ ਅਕਾਲ ਪੁਰਖ ਦੀ ਕਿਰਪਾ ਵੀ ਪ੍ਰਾਪਤ ਹੁੰਦੀ ਹੈ। 8 ਸ਼ਬਦ ਸਨ ਇਸ ਵਾਰ ਦੇ। 7 ਸ਼ਬਦਾਂ ਦੀ ਜਿਹੜੀ ਕੱਲ ਤੱਕ ਆਪਾਂ ਵਿਚਾਰ ਕੰਪਲੀਟ ਕੀਤੀ, ਅੱਜ 8ਵਾਂ ਅਤੇ ਅਖੀਰ ਵਾਲਾ ਸ਼ਬਦ ਹੈ। ਔਰ ਇਸ ਅਖੀਰ ਵਾਲੇ ਸ਼ਬਦ ਦੇ ਵਿੱਚ ਇਹ ਬਾਬਾ ਸੱਤਾ ਜੀ ਦੇ ਵੱਲੋਂ ਉਚਾਰਿਆ ਗਿਆ ਹੈ। ਪਹਿਲੇ ਜਿਹੜੇ 3 ਸ਼ਬਦ ਨੇ ਉਹ ਬਾਬਾ ਬਲਵੰਤ ਜੀ ਦੇ ਵੱਲੋਂ ਨੇ, ਅਤੇ ਮਗਰ ਵਾਲੇ ਜਿਹੜੇ 5 ਸ਼ਬਦ ਨੇ
ਇਹ ਬਾਬਾ ਸੱਤਾ ਜੀ ਦੇ ਵੱਲੋਂ ਨੇ, ਕਿਉਂਕਿ ਜਿਸ ਲੜਕੀ ਦਾ ਆਨੰਦ ਕਾਰਜ ਸੀ, ਵਿਆਹ ਸੀ, ਉਹ ਬਾਬਾ ਸੱਤਾ ਜੀ ਦੀ ਸਪੁੱਤਰੀ ਸੀ ਅਤੇ ਇਹਨਾਂ ਦੇ ਵੱਲੋਂ ਹੀ ਸਤਿਗੁਰੂ ਜੀ ਨੂੰ ਵਧੇਰੇ ਬੋਲ ਬੋਲੇ ਗਏ ਸਨ ਅਤੇ ਇਸ ਕਰਕੇ ਇਹਨਾਂ ਨੇ ਜ਼ਿਆਦਾ ਸਮਾਂ ਮੰਗਿਆ ਕਿ ਮੈਂ ਗੁਰੂ ਦੀ ਉਸਤਤ ਵਾਸਤੇ ਚਾਹੁੰਦਾ ਕਿ ਮੈਨੂੰ ਥੋੜਾ ਵਧੇਰੇ ਸਮਾਂ ਦੇ ਦਿੱਤਾ ਜਾਵੇ, ਕਿਉਂਕਿ ਗੁਸੈਲਾ ਸੁਭਾਅ ਸੀਗਾ ਮੇਰਾ ਉਸ ਸਮੇਂ ਹੋਇਆ ਪਿਆ ਤੇ ਕਾਫੀ ਜਿਹੜਾ ਕਿ ਗੁਰੂ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਮੇਰੇ ਤੋਂ ਬੋਲਿਆ ਗਿਆ ਸੀ ਅਤੇ ਮੈਂ ਵਧੇਰੇ ਸਤਿਗੁਰੂ ਜੀ ਦੀ ਵਡਿਆਈ ਕਰਕੇ ਉਹਨਾਂ ਗੁਨਾਹਾਂ ਦੀ ਮਾਫੀ ਮੰਗ ਲੈਣੀ ਚਾਹੁੰਦਾ। ਫਿਰ ਵੀ ਧੰਤਾ ਦੇ ਯੋਗ ਨੇ ਜਿਨ੍ਹਾਂ ਨੇ ਆਪਣਾ ਗੁਨਾਹ ਕਬੂਲਤਾ ਲਿਆ ਸਤਿਗੁਰਾਂ ਦੇ ਸਾਹਮਣੇ। ਇਸ ਰੋਜ਼ਾਨਾ ਲੱਖਾਂ ਗੁਨਾਹ ਕੀਤੇ ਜਾਂਦੇ, ਪਰ ਫਿਰ ਵੀ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਪਤਾ ਨਹੀਂ ਕਿੰਨਾ ਕੁਛ ਝੂਠ ਬੋਲਣਾ ਪੈਂਦਾ। ਤੇ ਅੱਜ ਬਾਬਾ ਸੱਤਾ ਜੀ ਬੜੀ ਕਿਰਪਾ ਕਰਨ ਦੇ ਨੇ, ਕਹਿੰਦੇ ਕਿ हे ਮੇਰੇ ਮਾਲਕ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ, ਚਾਰੇ ਜਾਗੇ ਚੌਹ ਜੁਗੀ ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਨ ਆਪੇ ਹੀ ਥੰਮ ਖਲੋਆ। ਹੁਣ ਚਾਰੇ ਜਾਗੇ ਚੌਹ ਜੁਗੀ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਕਿ ਇਹ ਚਾਰ ਗੁਰੂ ਸਾਹਿਬਾਨ ਹੋਏ ਨੇ ਔਰ ਇਹਨਾਂ ਨੇ ਆਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਸੁੱਤੀ ਹੋਈ ਲੋਕਾਈ ਜਿਹੜੀ ਸੀ ਅਗਿਆਨਤਾ ਦੇ ਹਨੇਰੇ ਦੇ ਵਿੱਚ, ਉਹਨਾਂ ਨੂੰ ਵੀ ਜਗਾਇਆ, ਕਿਉਂਕਿ ਆਪ ਦੇ ਅੰਦਰੋਂ ਚਾਨਣ ਸੀ ਇਹਨਾਂ ਚਾਰੇ ਜਾਗੇ ਚੌਹ ਜੁਗੀ ਅਤੇ ਇਹਨਾਂ ਦਾ ਆਪਣੇ ਆਪਣਾ ਜਿਹੜਾ ਸਮਾਂ ਸੀ ਉਹਦੇ ਵਿੱਚ ਅਨੇਕਾਂ ਇਹਨਾਂ ਨੇ ਭਲਾਈ ਦੇ ਕਾਰਜ ਕੀਤੇ। ਚੌਹ ਜੁਗੀ ਤੋਂ ਭਾਵ ਹੈ ਕਿ ਚਾਰਾਂ ਗੁਰੂਆਂ ਦਾ ਵੱਖਰਾ ਵੱਖਰਾ ਟਾਈਮ ਪੀਰੀਅਡ ਚੱਲਦਾ ਪਿਆ ਸੀ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਮਾਜ ਦੀ ਭਲਾਈ ਵਾਸਤੇ ਅਨੇਕਾਂ ਕਾਰਜ ਕੀਤੇ, ਸਮੇਂ ਸਮੇਂ ਤੇ ਉਦਾਸੀਆਂ ਕੀਤੀਆਂ, ਕਿਰਤ ਵੀ ਕੀਤੀ, ਇੱਥੋਂ ਤੱਕ ਕਿ 13 ਤੋਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਮੇਸ਼ਾ ਵਾਸਤੇ ਇਹ ਗੱਲ ਦੱਸ ਦਿੱਤੀ ਕਿ ਜੇ ਇਮਾਨਦਾਰੀ ਦੇ ਨਾਲ ਅਤੇ ਉਸ ਦਾਤੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਕੋਈ ਵੀ ਕਾਰਜ ਆਰੰਭਿਆ ਜਾਵੇ ਤਾਂ ਉਹਦੇ ਵਿੱਚ ਕੇਵਲ ਬਰਕਤਾਂ ਹੀ ਬਰਕਤਾਂ ਪੈਂਦੀਆਂ, ਕਦੇ ਮੁਨਾ ਨਹੀਂ ਹੁੰਦਾ। ਜਦੋਂ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੋਇਆ, ਬੜਾ ਕੁਝ ਚੱਕਿਆ ਗਿਆ ਗੁਰੂ ਸਾਹਿਬਾਂ ਦੇ ਖਿਲਾਫ, ਨਵਾਬ ਨੂੰ ਕਹਿਣਾ ਕੀਤਾ, ਬੜਾ ਚੁਗਲਖੋਰਾਂ ਨੇ ਚੁਗਲੀਆਂ ਲਾਈਆਂ, ਪਰ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤੇ ਮੁਨਾਫੇ ਵੱਲ ਨੂੰ ਸਾਰਾ ਹਿਸਾਬ ਕਿਤਾਬ ਗਿਆ, ਘਾਟੇ ਵੱਲ ਨੂੰ ਨਹੀਂ। ਜੋ ਕੁਝ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਟਿਆ ਵਣਜ ਕੀਤਾ, ਮੁਨਾਫੇ ਵੱਲ ਨੂੰ ਗਿਆ, ਵਿਰੋਧੀਆਂ ਦੇ ਸ਼ਰਨ ਨਾਲ ਸਿਰ ਝੁਕ ਗਏ। ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਜਿੰਨਾ ਸਮਾਂ ਇੱਥੇ ਕਾਰਜ ਕਰਨਾ ਸੀ ਕਰ ਰਿਹਾ, ਪਰ ਹੁਣ ਇੱਕ ਜਗ੍ਹਾ ਉੱਤੇ ਟਿਕਣ ਦੀ ਬਜਾਏ ਅਸੀਂ ਚਾਹੁੰਦੇ ਹਾਂ ਕਿ ਪੂਰੇ ਸੰਸਾਰ ਵਿੱਚ ਵਿਚਰੀਏ, ਜਿੱਥੇ ਕਿਤੇ ਅਗਿਆਨਤਾ ਪਸਰੀ ਹੋਈ ਹੈ ਉਸ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰੀਏ। ਏਦਾਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੀਤਾ, ਸੇਵਾ ਦੇ ਪੱਖ ਤੋਂ ਬੜੇ ਮਜ਼ਬੂਤ ਸਨ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਸਨ ਉਸ ਹੁਕਮ ਨੂੰ ਸਿਰ ਮੱਥੇ ਸਵੀਕਾਰ ਕਰਦੇ ਸਨ ਤੇ ਏਦਾਂ ਹੀ ਸੇਵਾ ਭੁਲੇਖੇ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਕਰਦੇ ਨੇ। ਜਿਹੜੇ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕੀਤੀ ਨਾ, ਸਾਰੇ ਹੀ ਗੁਰੂਆਂ ਨੇ ਆਪੋ ਆਪਣੇ ਸਮੇਂ ਵਿੱਚ ਵਧੀਆ ਕੀਤਾ, ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਆਉਂਦਾ ਹੈ, ਜਿਹਦੀ ਸੇਵਾ ਕਰਦੇ ਪਏ ਨੇ ਉਹ ਉਮਰ ਵਿੱਚ ਛੋਟੇ ਨੇ, ਵੈਸੇ ਵੀ ਰਿਸ਼ਤੇਦਾਰ ਨੇ। ਇਹ ਗੁਰੂ ਅਮਰਦਾਸ ਮਹਾਰਾਜ ਪੁੱਤਰ ਵਾਲੇ ਪਾਸੇ ਤੋਂ ਨੇ, ਇਹਨਾਂ ਦਾ ਭਤੀਜਾ ਸੀ ਜਿਨ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਦਾ ਆਨੰਦ ਕਾਰਜ ਹੋਇਆ ਸੀ। ਪਰ ਜਿਸ ਦਿਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤੇ ਆਪਾ ਭਾਗ ਮਾਰ ਕੇ ਆਏ, ਇਹ ਨਹੀਂ ਕਿਹਾ ਕਿ ਮੈਂ ਲੜਕੇ ਵਾਲੇ ਪੱਖ ਤੋਂ ਆ ਜਾਂ ਮੇਰੀ ਉਮਰ ਵੱਡੀ ਹੈ। ਮਨ ਅੰਦਰ ਇਹ ਚੋਟ ਸੀ ਜਦੋਂ ਉਸ ਸਾਧੂ ਨੇ ਕਿਹਾ ਕਿ ਤੂੰ ਨਿਗੁਰਾ ਹੈ, ਅਜੇ ਤੱਕ ਕੋਈ ਗੁਰੂ ਨਹੀਂ ਧਾਰਿਆ। ਕਹਿਣ ਲੱਗੇ ਮੈਂ ਇੱਕ ਨਿਗੁਰੇ ਦੇ ਹੱਥੋਂ ਲੰਗਰ ਪ੍ਰਸ਼ਾਦਾ ਭੋਜਨ ਪ੍ਰਸ਼ਾਦਾ ਛਕਦਾ ਰਿਹਾ। ਸਹਿਬ ਦੀ ਬਾਣੀ ਵਿੱਚ ਕਹਿੰਦੇ ਨਿਗੁਰੇ ਕਾ ਹੈ ਨਾਉ ਪੁਰਾ
ਤੇ ਗੁਰੂ ਅਮਰਦਾਸ ਮਹਾਰਾਜ ਉਦੋਂ ਗੁਰੂ ਨਹੀਂ ਸਨ ਬਣੇ, ਕੇਵਲ 21 ਵਾਰ ਧਾਰਮਿਕ ਯਾਤਰਾਵਾਂ ਕਰਦੇ ਰਹੇ ਹਰਿਦੁਆਰ ਦੀ, ਪਰ ਅੰਦਰ ਮਨ ਵਿੱਚ ਇਹ ਲਾਗ ਲੱਗੀ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਗੁਰੂ ਦਾ ਪਿਆਰਾ ਮਿਲ ਜਾਵੇ ਤੇ ਮੈਂ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰ ਲਵਾਂ। ਤੇ ਉਹ ਸਾਧੂ ਕਹਿਣ ਲੱਗਿਆ, ਜਾ ਮੇਰਾ ਵੀ ਸਾਰਾ ਧਰਮ ਭ੍ਰਿਸ਼ਟ ਕਰਕੇ ਰੱਖ ਦਿੱਤਾ। ਬੜੇ ਮੰਦੇ ਕਰਵੇ ਬੋਲ ਬੋਲੇ, ਦਿਲ ਉੱਤੇ ਚੋਟ ਲੱਗ ਗਈ। ਕਹਿਣ ਲੱਗੇ ਕੋਈ ਤਾਂ ਐਸਾ ਮਿਲ ਜਾਵੇ। ਫਿਰ ਅਗਲੇ ਦਿਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੜਨ ਵਾਲੀ ਉਹਨਾਂ ਦੀ ਸਪੁੱਤਰੀ, ਕਿਉਂਕਿ ਘਰ ਦਾ ਮਾਹੌਲ ਹੀ ਇਦਾਂ ਦਾ ਸੀ ਜਿੱਥੇ ਹਮੇਸ਼ਾ ਗੁਰਬਾਣੀ ਦਾ ਕੀਰਤਨ, ਗੁਰੂ ਦੀ ਵਡਿਆਈ ਕੀਤੀ ਜਾਂਦੀ ਸੀ। ਅੰਮ੍ਰਿਤ ਵੇਲੇ ਉੱਠਦੇ ਨੇ, ਦੁੱਧ ਰਿੜਕਦੇ ਪਏ ਨੇ, ਪਰ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵੀ ਨਾਲ ਗਾ ਰਹੇ ਨੇ। ਤੇ ਕੰਧ ਕੋਲ ਖੜ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸੁਣਦੇ ਨੇ ਇਹਨਾਂ ਸ਼ਬਦਾਂ ਨੂੰ। ਫਿਰ ਦਿਨ ਵੇਲੇ ਮੁਲਾਕਾਤ ਹੁੰਦੀ, ਕਹਿਣ ਲੱਗੇ ਪੁੱਤਰ ਇਹ ਕਿਹਦੀ ਬਾਣੀ ਸੀ, ਕੀ ਗਾਉਂਦੇ ਪਏ ਸੀ? ਕਹਿਣ ਲੱਗੇ ਮੇਰੇ ਗੁਰੂ ਪਿਤਾ ਜੀ ਨੇ ਉਚਾਰੇ ਨੇ ਇਹ ਸ਼ਬਦ। ਤੇ ਗੁਰੂ ਅਮਰਦਾਸ ਮਹਾਰਾਜ ਹੱਥ ਜੋੜ ਕੇ ਖੜ ਕੇ ਕਹਿੰਦੇ ਮੈਨੂੰ ਵੀ ਦਰਸ਼ਨ ਕਰਾ। ਤੇ ਜਦੋਂ ਜਾਂਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲੇ ਤੇ ਕਹਿੰਦੇ ਕਿ ਮਾਲਕਾ ਅੱਜ ਮੈਂ ਇਸ ਹੈਸੀਅਤ ਨਾਲ ਨਹੀਂ ਆਇਆ ਕਿ ਤੁਸੀਂ ਮੇਰੇ ਰਿਸ਼ਤੇਦਾਰ ਹੋ, ਮੈਂ ਤਾਂ ਇਸ ਹੈਸੀਅਤ ਨਾਲ ਆਇਆ ਕਿ ਕੁਝ ਪੱਲੇ ਪੈ ਜਾਵੇ, ਮੇਰੇ ਕੁਝ ਪ੍ਰਾਪਤ ਹੋ ਜਾਵੇ। ਤੇ ਫਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਦੀ ਮੂਰਤ, ਧੀਰਜਤਾ ਦੇ ਸਾਗਰ, ਹਰ ਪੱਖ ਤੋਂ ਸੰਪੂਰਨ, ਜਵਾਨੀ ਵੇਲੇ ਟੋਕਰੀ ਦੀ ਸੇਵਾ ਨਿਭਾਈ ਤੇ ਮਿਹਨਤੀ ਸਨ। ਬਚਪਨ ਦੇ ਵਿੱਚ ਹੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ 7 ਸਾਲਾਂ ਦੀ ਉਮਰ ਤੋਂ। ਤਾਂ ਹੀ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਹਿਲੀ ਪਸੰਦ ਬਣ ਗਏ ਸਨ ਕਿ ਇਹੋ ਜਿਹਾ ਬਾਲ, ਇਹੋ ਜਿਹਾ ਨੌਜਵਾਨ ਕਿਤੇ ਹੋਰ ਥੋੜੀ ਮਿਲ ਜਾਣਾ। ਤੇ ਬਾਬਾ ਸੱਤਾ ਜੀ ਕਹਿਣ ਲੱਗੇ ਕਿ ਚਾਰੇ ਗੁਰੂ ਜਿਹੜੇ ਸਨ ਉਹ ਆਪ ਜਾਗੇ ਹੋਏ ਸਨ, ਆਪ ਉਹਨਾਂ ਨੂੰ ਚਾਨਣ ਸੀ ਤੇ ਉਹਨਾਂ ਨੇ ਆਪਣੇ ਸ਼ਬਦਾਂ ਦੇ ਰਾਹੀਂ, ਆਪਣੀ ਵਿਚਾਰਧਾਰਾ ਦੇ ਰਾਹੀਂ, ਆਪਣੇ ਸਿਧਾਂਤ ਦੇ ਰਾਹੀਂ ਇਸ ਸੁੱਤੀ ਹੋਈ ਲੋਕਾਈ ਨੂੰ ਵੀ ਜਗਾ ਦਿੱਤਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਜੀ ਦਾ ਪਠਾਨਕੋਟ ਸ਼ੁਕਰਾਨਾ ਕਰਦਾ ਕਿ ਅੱਜ ਉਹਨਾਂ ਚਾਰਾਂ ਸਰੂਪਾਂ ਦੇ ਦਰਸ਼ਨ ਤੁਹਾਡੇ ਵਿੱਚੋਂ ਮੈਂ ਪ੍ਰਾਪਤ ਕਰਦਾ ਪਿਆ। ਚੌਹ ਜੁਗੀ ਤੋਂ ਭਾਵ ਹੈ ਚਾਰਾਂ ਗੁਰੂਆਂ ਦਾ ਜਿਹੜਾ ਆਪਣਾ ਟਾਈਮ ਸੀ, ਉਸ ਟਾਈਮ ਯੁੱਗ ਤੋਂ ਭਾਵ ਹੈ ਜਿਹੜਾ ਟਾਈਮ ਸੀ ਗੁਰੂ ਸਾਹਿਬ ਦਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਮਾਂ ਸੀ ਉਦੋਂ ਉਹਨਾਂ ਨੇ ਭਲਾਈ ਵਾਲੇ ਕਾਰਜ ਕੀਤੇ, ਫਿਰ ਗੁਰੂ ਅੰਗਦ ਸਾਹਿਬ ਦਾ ਆਇਆ, ਉਹਨਾਂ ਨੇ ਆਪਣੇ ਕਾਰਜ ਕੀਤੇ, ਫਿਰ ਗੁਰੂ ਅਮਰਦਾਸ ਜੀ ਦਾ, ਫਿਰ ਗੁਰੂ ਰਾਮਦਾਸ ਮਹਾਰਾਜ। ਯੁੱਗਾਂ ਤੋਂ ਭਾਵ ਹੈ ਕਿ ਚਾਰੇ ਗੁਰੂਆਂ ਦਾ ਵੱਖੋ ਵੱਖਰਾ ਜਿਵੇਂ ਟਾਈਮ ਆਇਆ ਉਵੇਂ ਉਹਨਾਂ ਨੇ ਲੋਕਾਈ ਦਾ ਭਲਾ ਕੀਤਾ, ਤਪਦੇ ਹੋਏ ਹਿਰਦਿਆਂ ਨੂੰ ਠਾਰਿਆ। 22 ਮੰਜੀਆਂ ਦੀ ਸਥਾਪਨਾ ਗੁਰੂ ਅਮਰਦਾਸ ਮਹਾਰਾਜ ਕਰਦੇ ਗਏ, ਬੋੜੀ ਸਾਹਿਬ ਦੀ ਸਥਾਪਨਾ ਕਰਕੇ ਗਏ, ਸਤੀ ਪ੍ਰਥਾ ਜਿਹੜੀ ਸੀ ਉਹਨੂੰ ਖਤਮ ਕਰਕੇ ਗਏ, ਊਚ ਨੀਚ ਦਾ ਜਿਹੜਾ ਵਿਤਕਰਾ ਸੀ ਲੰਗਰਾਂ ਦੇ ਰਾਹੀਂ ਉਹਨੂੰ ਖਤਮ ਕੀਤਾ। ਕਹਿਣ ਲੱਗੇ ਜਿਹਨੇ ਮੇਰੀ ਸੰਗਤ ਵਿੱਚ ਆਉਣਾ ਹੈ, ਹਦਾਇਤ ਕੀਤੀ ਸਖਤੀ ਨਾਲ, ਕਹਿੰਦੇ ਸਿੱਧਾ ਨਾ ਆਵੇ ਮੇਰੇ ਕੋਲੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਿੱਧਾ ਮੇਰੇ ਕੋਲ ਨਾ ਆਵੇ, ਪਹਿਲਾਂ ਉਹ ਗੁਰੂ ਕੇ ਲੰਗਰ ਵਿੱਚ ਬੈਠ ਕੇ, ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਭੋਜਨ ਛਕੇ, ਫਿਰ ਆਣ ਕੇ ਗੁਰੂ ਦੀ ਆਣ ਕੇ ਸੰਗਤ ਕਰੇ। ਉਹਦੀ ਵਜ੍ਹਾ ਸੀ ਕਿ ਵਿਤਕਰਾ ਜਾਤੀ ਤੌਰ ਤੇ ਜਿਹੜਾ ਚੱਲਦਾ ਉਹ ਖਤਮ ਹੋ ਜਾਵੇ। ਤੇ ਅੱਗੇ ਕਹਿੰਦੇ ਪੰਚਾਇਤ ਆਪੇ ਹੋਆ। ਪੰਚਾਇਤ ਤੋਂ ਭਾਵ ਹੈ ਪੰਜਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਅੱਜ ਹੁਣ ਤੁਹਾਡਾ ਸਮਾਂ ਹੈ ਅਤੇ ਮੈਂ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਦਰਸ਼ਨ ਦਿਦਾਰੇ ਕਰਦਾ ਪਿਆ। ਉਹ ਚਾਰ ਗੁਰੂ ਸਾਹਿਬਾਨ ਸਨ, ਉਹਨਾਂ ਦਾ ਸਮਾਂ ਉਹ ਭੋਗ ਕੇ ਚਲੇ ਗਏ, ਪਰ ਮੇਰੇ ਮਾਲਕਾ ਪੰਚਾਇਤ ਆਪੇ ਹੋਆ। ਪੰਚਾਇਤ ਤੋਂ ਭਾਵ ਹੈ ਪੰਜਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੱਜ ਆਪ ਜੀ ਦਾ ਜਿਹੜਾ ਸੁਹਾਵਣਾ ਸਮਾਂ ਚੱਲਦਾ ਪਿਆ ਹੈ, ਇਹਦੇ ਵਿੱਚ ਤੁਸੀਂ ਮੇਰੇ ਉੱਤੇ ਅਸੀਸ ਦਇਆ ਕੀਤੀ, ਬਖਸ਼ਿਸ਼ ਕੀਤੀ ਹੈ ਕਿ ਮੇਰੇ ਵਰਗੇ ਭੁੱਲੇ ਹੋਏ ਜੀਵ ਨੂੰ ਸਿੱਧੇ ਰਸਤੇ ਪਾ ਕੇ ਖਿਮਾ ਦੀ ਦਾਤ ਬਖਸ਼ਦੇ ਹੋਏ। ਪੰਚਾਇਤ ਆਪੇ ਹੋਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਜਵੇਂ ਮੇਰੇ ਮਾਲਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਅਪਾਰ ਮਿਹਰ ਦੇ ਦਾਤ ਦੇ ਕਿਰਪਾ ਦੇ ਸਦਕਾ
ਹੁਣ ਮੇਰਾ ਜਿਹੜਾ ਜੀਵਨ ਹੈ, ਜ਼ਿੰਦਗੀ ਜਿਹੜੀ ਹੈ ਮੇਰੀ ਇਸ ਵਾਰੀ ਜਾ ਚੁੱਕੀ ਹੈ ਤੁਹਾਡੇ ਦਰਸ਼ਨਾਂ ਦੇ ਕਰਕੇ। ਆਪ ਹੀ ਨੇ ਆਪ ਸਾਜਿਓ, ਆਪੇ ਹੀ ਥੰਮ ਖਲੋਆ। ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਾਰੇ ਵਿੱਚ ਬਾਬਾ ਸੱਤਾ ਜੀ ਕਹਿੰਦੇ ਕਿ हे ਸੱਚੇ ਪਾਤਸ਼ਾਹ ਜੀ, ਤੁਹਾਨੂੰ ਆਪ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਜਿਆ, ਭਾਵ ਕੇ ਸੰਸਾਰ ਅੰਦਰ ਭੇਜਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਅੱਜ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੁਹਾਨੂੰ ਓਟ ਆਸਰਾ ਥੰਮ ਦੇ ਰੂਪ ਵਿੱਚ ਬਣ ਕੇ ਮਿਲਿਆ ਹੈ। ਉਹ ਹੈ ਗੁਰਬਾਣੀ, ਗੁਰੂ ਦੀ ਸਿੱਖਿਆ। ਕਹਿਣ ਲੱਗੇ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡੇ ਕੋਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੀ ਬਾਣੀ ਦਾ ਸਰੂਪ ਪਿਆ ਹੈ, ਆਪ ਜੀ ਦੇ ਕੋਲੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਵੀ ਸ਼ਬਦਾਂ ਦਾ ਸੰਗ੍ਰਹਿ ਪਿਆ ਹੋਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਪਾਵਨ ਸ਼ਬਦ ਆਪ ਜੀ ਦੇ ਕੋਲੇ ਮੌਜੂਦ ਹਨ। ਇੱਥੋਂ ਤੱਕ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਲੋਂ ਵੀ ਉਚਾਰਨ ਕੀਤੀ ਹੋਈ ਬਾਣੀ ਜਿਹੜੀ ਹੈ ਉਹ ਤੁਹਾਡੇ ਕੋਲ ਮੌਜੂਦ ਹੈ। ਗੁਰੂ ਸਾਹਿਬ ਜੀਓ, ਇਸੇ ਹੀ ਬਾਣੀ ਨੇ ਜਿਵੇਂ ਆਪ ਜੀ ਨੂੰ ਮਜ਼ਬੂਤ ਕੀਤਾ ਹੈ ਅੰਦਰੂਨੀ ਤੌਰ ਤੇ, ਇਦਾਂ ਹੀ ਮੇਰੇ ਸੱਚੇ ਪਾਤਸ਼ਾਹ ਜੀ ਮੈਂ ਚਾਹੁੰਦਾ ਕਿ ਮੈਂ ਵੀ ਤੁਹਾਡੇ ਤੋਂ ਕਿਰਪਾ ਲੈ ਲਵਾਂ। ਇਹਦੇ ਆਪ ਹੀ ਨੇ ਆਪ ਸਾਜਿਓ, ਤੁਹਾਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਜ ਕੇ ਦੁਨੀਆ ਦੇ ਭਲੇ ਵਾਸਤੇ ਸੰਸਾਰ ਅੰਦਰ ਭੇਜਿਆ। ਤੇ ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਜਿਹੜਾ ਪਰਮਾਤਮਾ ਸਾਨੂੰ ਸੰਸਾਰ ਵਿੱਚ ਭੇਜਦਾ ਪਿਆ ਹੈ ਉਹ ਸਾਡੇ ਤੋਂ ਅਲੱਗ ਨਹੀਂ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਤੋਏ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਆਸਾ ਦੀ ਬਾਤ ਅੰਦਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹ ਪਰਮਾਤਮਾ ਇਸ ਸੋਹਣੇ ਸੰਸਾਰ ਨੂੰ ਸਾਜ ਕੇ ਕਿਤੇ ਦੂਰ ਨਹੀਂ ਗਿਆ। ਉਹ ਮਾਲਕ ਇਸ ਸੋਹਣੀ ਜਿਹੀ ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਦੂਰ ਨਹੀਂ ਗਿਆ ਹੈਗਾ, ਇਸੇ ਸ੍ਰਿਸ਼ਟੀ ਦੇ ਅੰਦਰ ਹੀ ਹੈ। ਕਰ ਆਸਣ ਡਿਠੋ ਜਾਓ, ਉਸ ਮਾਲਕ ਨੇ ਇਸ ਕੁੱਲ ਕਾਇਨਾਤ ਦੇ ਅੰਦਰ ਆਪਣਾ ਆਸਣ ਲਾਇਆ ਹੋਇਆ ਹੈ ਅਤੇ ਬੜੇ ਚਾਵਾਂ ਦੇ ਨਾਲ ਵੇਖਦਾ ਪਿਆ ਕਿ ਜਿਸ ਦੁਨੀਆ ਨੂੰ, ਜਿਸ ਕੁਦਰਤ ਨੂੰ ਮੈਂ ਸਾਜਿਆ ਹੋਇਆ, ਕਿਤੇ ਉਹਨੂੰ ਕੋਈ ਤਕਲੀਫ ਤੇ ਨਹੀਂ, ਕਿਤੇ ਉਹਨੂੰ ਕੋਈ ਦੁੱਖ ਤਾਂ ਨਹੀਂ। ਗੁਰੂ ਹਮੇਸ਼ਾ ਇਸ ਧਰਤੀ ਦੇ ਉੱਤੇ ਵਿਰਾਜਮਾਨ ਰਿਹਾ ਹੈ ਅਤੇ ਰਿਹਾ ਵੀ ਇਸ ਸੰਸਾਰ ਦੇ ਜੀਵਾਂ ਦੇ ਵਿੱਚ ਹੀ ਹੈ। ਕਹਿੰਦੇ ਕਿ हे ਮੇਰੇ ਮਾਲਕ ਗੁਰੂ ਅਰਜਨ ਸਾਹਿਬ ਜੀ, ਤੁਹਾਨੂੰ ਉਸ ਦਾਤੇ ਨੇ ਬੜੀ ਅਪਾਰ ਮਿਹਰ ਕੀਤੀ ਹੈ ਤੇ ਆਪ ਜੀ ਨੂੰ ਉਸ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਇਹੋ ਜਿਹਾ ਆਸ਼ੀਰਵਾਦ ਹੈ ਜਿੱਦਾਂ ਕਿ ਕਿਸੇ ਵੱਡੀ ਸਾਰੀ ਅਤੇ ਭਾਰੀ ਬਿਲਡਿੰਗ ਨੂੰ ਖਿਲਾਰਦੇ ਨੇ ਉਹਦੇ ਥੱਲੇ ਥੰਮ ਲਾਏ ਜਾਂਦੇ ਨੇ। ਇਦਾਂ ਹੀ ਤੁਹਾਡੇ ਕੋਲੇ ਗੁਰਬਾਣੀ ਸਰੂਪ ਦਾ ਜਿਹੜਾ ਥੰਮ ਹੈ, ਭਾਵ ਕਿ ਸਤਿਗੁਰੂ ਜੀਓ ਤੁਹਾਡੇ ਕੋਲੇ 4 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਅਤੇ ਉਹਨੂੰ ਆਪ ਵੀ ਜਪਦੇ ਹੋ ਅਤੇ ਅੱਗੇ ਆਪਣੇ ਸੇਵਕਾਂ ਨੂੰ ਵੀ ਉਸ ਬਾਣੀ ਦਾ ਜਿਹੜਾ ਹੈ ਵਿਚਾਰਧਾਰਾ ਜੋ ਸਿਧਾਂਤ ਹੈ ਬਖਸ਼ਦੇ ਪਏ। ਅੱਗੇ ਸਾਹਿਬ ਕਿਰਪਾ ਕਰਦੇ, ਆਪੇ ਪੱਟੀ ਕਲਮ ਆਪ ਲਿਖਣਹਾਰਾ ਹੋਆ। ਕਹਿੰਦੇ ਕਿ हे ਮੇਰੇ ਮਾਲਕ ਸੱਚੇ ਪਾਤਸ਼ਾਹ ਜੀ, ਤੁਹਾਡੀ ਸਿਫਤ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਖੁਦ ਕਲਮ ਪੱਟ ਲਈ ਹੈ। ਕਲਮ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਫਿਰ ਮਾਲਕ ਜੀ ਮੇਰੇ ਉੱਤੇ ਕਿਰਪਾ ਕੀਤੀ ਹੈ ਕਿ ਮੈਂ ਇਹ ਤੁਹਾਡੇ ਗੁਣਾਂ ਨੂੰ ਗਾ ਸਕਾਂ, ਲਿਖ ਸਕਾਂ, ਸੁਣਾ ਸਕਾਂ। ਤੁਹਾਡੀ ਸਿਫਤ ਕਰਨੀ, ਤੁਹਾਡੀ ਵਿਚਾਰਧਾਰਾ ਨੂੰ ਸੁਣਾਉਣਾ ਮੇਰੇ ਵੱਸ ਦੀ ਗੱਲ ਨਹੀਂ, ਪਰ ਸਾਹਿਬ ਜੀਓ ਤੁਹਾਡੀ ਵਿਚਾਰਧਾਰਾ ਸੁਣਾਉਣ ਦੇ ਲਈ ਉਸ ਅਕਾਲ ਪੁਰਖ ਨੇ ਮੇਰੀ ਇਹ ਸੇਵਾ ਲਾ ਦਿੱਤੀ ਹੈ ਕਿ ਇਸ ਗੁਰੂ ਅਰਜਨ ਸਾਹਿਬ ਜੀ ਦੇ ਜਿੰਨੇ ਵੀ ਗੁਣ ਸਾਰੇ ਹੀ ਕੁੱਲ ਕਾਇਨਾਤ ਨੂੰ ਦੱਸੇ ਜਾਣ। ਆਪੇ ਪੱਟੀ ਕਲਮ ਆਪ ਲਿਖਣਹਾਰਾ ਹੋ। ਕਹਿੰਦੇ ਕਿ ਲਿਖਵਾ ਵੀ ਉਹ ਮਾਲਕ ਰਿਹਾ ਹੈ, ਗਵਾਹ ਵੀ ਮੇਰੇ ਤੋਂ ਪਰਮਾਤਮਾ ਆਪ ਰਿਹਾ ਹੈ। ਕੇਵਲ ਤੁਹਾਡੀ ਵਡਿਆਈ, ਤੁਹਾਡੀ ਪੁਸਤਕ, ਜਿਵੇਂ ਮੈਂ ਪਹਿਲਾਂ 4 ਗੁਰੂਆਂ ਦੀ ਵਡਿਆਈ ਕੀਤੀ ਹੈ, ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਣ ਗਾ ਕੇ ਆਪਣੀ ਖਿਮਾ ਦੀ ਦਾਤ ਮੰਗੀ ਹੈ, ਇਦਾਂ ਹੀ ਅੱਜ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਪਰਮਾਤਮਾ ਨੇ ਮੇਰੇ ਉੱਤੇ ਮਿਹਰ ਕੀਤੀ ਹੈ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਗਾ ਕੇ ਸਿਫਤਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਜ਼ਿੰਦਗੀ ਦਾ ਸਫ਼ਰ ਜਿਹੜਾ ਤੈਅ ਕਰਨਾ ਹੈ, ਉਹਦੇ ਵਾਸਤੇ ਕੋਈ ਚੰਗਾ ਗੁਣ ਲੈ ਜਾ। ਕਹਿੰਦੇ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰਵਾ। ਕਹਿੰਦੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿੱਦਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਜੀ ਦੀ ਵਡਿਆਈ ਸਾਰੇ ਹੀ ਸੰਸਾਰ ਵਿੱਚ ਫੈਲ ਗਈ ਕਿ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਇਦਾਂ ਹੀ
ਤੁਹਾਡੀ ਵਡਿਆਈ ਹੁਣ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ ਤੇ ਸੰਗਤ ਆਉਂਦੀ ਹੈ, ਜਾਂਦੀ ਹੈ, ਤੁਹਾਡੇ ਚਰਨਾਂ ਵਿੱਚ ਬੈਠਦੀ ਹੈ, ਤੁਹਾਡੇ ਕੋਲ ਸ਼ੁਭ ਬਚਨ ਸੁਣਦੀ ਹੈ, ਤੁਹਾਡੇ ਵੱਲੋਂ ਕਹੇ ਹੋਏ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਧਾਰਨ ਵੀ ਕਰਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਬੜੀ ਮਿਹਰ ਹੈ, ਤੁਹਾਡੇ ਉੱਤੇ ਬੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ। ਜਿਹੜਾ ਕੋਈ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ ਆਪੇ ਹੀ ਨਵਾ ਨਰਵਾ, ਹਰ ਉਹਦਾ ਰੋਗ, ਹਰ ਉਹਦਾ ਸੋਗ, ਹਰ ਉਹਦੀ ਤਕਲੀਫ, ਹਰ ਉਹਦਾ ਦਰਦ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਖਤਮ ਹੋ ਜਾਂਦਾ ਹੈ। ਤੇ ਸਾਹਿਬ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਖੜ ਕੇ ਆਪ ਜੀ ਦੇ ਪਾਵਨ ਦਿਦਾਰੇ ਕਰਦਿਆਂ ਹੋਇਆਂ ਆਪਣੇ ਜਿਹੜੇ ਗੁਨਾਹ ਸਨ ਉਹਨਾਂ ਤੋਂ ਤੋਬਾ ਕਰਦੇ ਹੋਏ ਮਾਲਕਾ ਨਵਾਂ ਨਰਵਾ ਹੋ ਕੇ ਜਾਣਾ ਚਾਹੁੰਦਾ। ਕਹਿੰਦੇ ਸੰਗਤ ਆਈ, ਤੁਹਾਡੇ ਦਰਸ਼ਨ ਕੀਤੇ, ਸਭ ਪਾਸੇ ਤੁਹਾਡੀ ਵਡਿਆਈ ਦੇ ਚਰਚੇ ਹੋਏ ਤੇ ਤੁਹਾਡੇ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸ਼ੀਰਵਾਦ ਲੈਂਦਿਆਂ ਹੋਇਆਂ ਵਾਪਸ ਜਾਂਦੇ ਪਏ ਹਨ। ਮੈਂ ਇਹਨਾਂ ਨੈਣਾਂ ਦੇ ਨਾਲ ਖੁਦ ਤੱਕਦਾ ਪਿਆ ਤੇ ਰੋਗ ਸੋਗ ਤਕਲੀਫਾਂ ਜਿਹੜੀਆਂ ਸਨ ਉਹਨਾਂ ਨੂੰ ਤੁਸੀਂ ਆਪ ਖਤਮ ਕਰਦੇ ਪਏ ਹੋ। ਤੇ ਅੱਜ ਐਸਾ ਤੁਹਾਡਾ ਸਾਹਮਣੇ ਸਰੂਪ ਤੱਕਿਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋ। ਚਾਰ ਗੁਰੂ ਸਾਹਿਬਾਨ ਕਹਿੰਦੇ ਵੀ ਆਪੋ ਆਪਣਾ ਸਮਾਂ ਭੋਗ ਕੇ ਇਸ ਸੰਸਾਰ ਤੋਂ ਜਾ ਚੁੱਕੇ ਨੇ। ਅੱਜ ਉਸ ਤਖਤ ਜਿਹੜੇ ਗੁਰਗੱਦੀ ਉੱਤੇ ਕਦੇ ਗੁਰੂ ਨਾਨਕ ਸਾਹਿਬ ਮਹਾਰਾਜ ਵਿਰਾਜਮਾਨ ਹੋਏ, ਫਿਰ ਬਾਬਾ ਲਹਿਣਾ ਜੀ ਵਿਰਾਜਮਾਨ ਹੋਏ, ਫਿਰ ਗੁਰੂ ਅੰਗਦ ਅਮਰਦਾਸ ਮਹਾਰਾਜ ਵਿਰਾਜਮਾਨ ਹੋਏ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਪੈਦਾ ਹੋਏ, ਲਾਹੌਰ ਦੀਆਂ ਗਲੀਆਂ ਦੇ ਵਿੱਚ ਖੇਡੇ ਵੱਡੇ ਹੋਏ। ਗੁਰੂ ਰਾਮਦਾਸ ਮਹਾਰਾਜ ਜੀ ਇਸ ਗੁਰਗੱਦੀ ਤੇ ਇਸ ਤਖਤ ਤੇ ਵਿਰਾਜਮਾਨ ਹੋਏ ਸਨ। ਫਿਰ ਅੱਜ ਸਤਿਗੁਰੂ ਜੀ ਤੁਹਾਨੂੰ ਜਦੋਂ ਇਸ ਤਖਤ ਉੱਤੇ ਬੈਠਿਆ ਮੈਂ ਵੇਖਦਾ ਹਾਂ ਤਾਂ ਮੇਰਾ ਮਨ ਬੜਾ ਪ੍ਰਸੰਨ ਹੁੰਦਾ, ਕਿਉਂਕਿ ਸਾਰੇ ਹੀ ਦੁਨਿਆਵੀ ਦਰਬਾਰ ਜਿਹੜੇ ਦੁਨਿਆਵੀ ਸ਼ਾਨੋ ਸ਼ੌਕਤ ਜਿਹੜੀ ਹੈ ਉਹ ਤੁਹਾਡੇ ਦਰਬਾਰ ਦੇ ਅੱਗੇ ਬਿਲਕੁਲ ਫਿੱਕੀ ਪੈ ਜਾਂਦੀ ਹੈ। ਕਿਉਂਕਿ ਇੱਥੇ ਕੇਵਲ ਸੱਚ ਬੋਲਿਆ ਹੀ ਨਹੀਂ ਜਾਂਦਾ, ਸਗੋਂ ਸੱਚ ਦੇ ਉੱਤੇ ਪਹਿਰਾ ਵੀ ਦਿੱਤਾ ਜਾਂਦਾ। ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵੀ ਹੋਈ। ਤੇ ਦੇਖਿਆ ਜਾਵੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਰਉਪਕਾਰ ਵਾਲੇ ਕੰਮ ਬਹੁਤ ਜ਼ਿਆਦਾ ਵਧੇਰੇ ਕੀਤੇ ਸਨ। ਸਭ ਤੋਂ ਵੱਡਾ ਪਰਉਪਕਾਰ ਵਾਲਾ ਕੰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਤਿਆਰ ਕਰਕੇ ਸਾਡੀ ਝੋਲੀ ਦੇ ਵਿੱਚ ਪਾ ਦੇਣਾ, ਸਾਰੀ ਬਾਣੀ ਇਕੱਤਰ ਕਰਨੀ, ਸਾਰੀ ਹੀ ਬਾਣੀ ਨੂੰ ਜਗ੍ਹਾ ਜਗ੍ਹਾ ਉੱਤੇ ਰਾਗਾਂ ਦੇ ਮੁਤਾਬਕ ਗਾਉਣਾ, ਰਾਗਾਂ ਦੇ ਮੁਤਾਬਕ ਕਰਮਵਾਰ ਇਸ ਬਾਣੀ ਨੂੰ ਲਿਖਿਆ ਜਾਣਾ। ਤੇ ਇਹ ਸੇਵਾ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਪਾਉਂਦੇ ਪਏ ਹਨ, ਨਾਲ ਲੱਗ ਕੇ ਭਾਈ ਗੁਰਦਾਸ ਤੇ ਕਹਿਣ ਲੱਗੇ ਕਿ ਤੁਹਾਡੀ ਵਡਿਆਈ ਐਸੀ ਹੈ, ਸਿਰਫ ਸਲਾਣਾ ਐਸੀ ਹੈ, ਮੇਰੇ ਕੋਲ ਸ਼ਬਦ ਖਤਮ ਹੋ ਜਾਂਦੇ ਨੇ। ਵਾਕਈ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੀੜ ਤਿਆਰ ਕਰਵਾਈ ਔਰ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਪਾਠ ਜਿਹਨੂੰ ਪੜ੍ਹ ਕੇ ਸੁਣ ਕੇ ਮਨ ਨੂੰ ਸਕੂਨ ਮਿਲਦਾ, ਦੁੱਖ ਕੱਟੇ ਜਾਂਦੇ ਹਨ, ਤਕਲੀਫਾਂ ਖਤਮ ਹੋ ਜਾਂਦੀਆਂ। ਤੇ ਜਿਹੜਾ ਕੋਈ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਵੀ ਮਾਲਕ ਸੱਚੇ ਪਾਤਸ਼ਾਹ ਬਖਸ਼ ਦਿੰਦੇ ਹਨ। ਕਹਿੰਦੇ ਕਿ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਕਹਿੰਦੇ ਕਿ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਤਖਤ ਉੱਤੇ ਬੈਠਿਆ ਤੱਕ ਕੇ ਮੇਰਾ ਮਨ ਬੜਾ ਪ੍ਰਸੰਨ ਹੋਇਆ। ਅਤੇ ਉੱਪਰ ਸਤਿਗੁਰੂ ਜੀ ਉਸ ਜਿਹੜਾ ਚੰਦੋਆ ਲੱਗਿਆ ਹੋਇਆ ਹੈ ਉਹ ਤੁਹਾਡੀ ਸ਼ਾਨੋ ਸ਼ੌਕਤ ਨੂੰ ਹੋਰ ਜ਼ਿਆਦਾ ਵਧਾ ਰਿਹਾ ਹੈ। ਸਤਿਗੁਰ ਕਾ ਖਿਵੈ ਚੰਦੋਆ ਜਦੋਂ ਉੱਪਰ ਧਿਆਨ ਮਾਰਦਾ ਹਾਂ ਮਾਲਕਾ ਤੁਹਾਡੀ ਸ਼ਾਨੋ ਸ਼ੌਕਤ ਐਸੀ ਵੱਧ ਗਈ ਕਿ ਤੱਕ ਕੇ ਇਹ ਨੈਣ ਹੈਰਾਨ ਹੋ ਗਏ। ਹੁਣ ਉਗ ਬਣੋ ਤੇ ਆਤ ਬਣੋ ਚਹੋ ਚੱਕੀ ਕੀਨ ਲੋਆ, ਲੋਆ ਤੋਂ ਭਾਵੈ ਚਾਨਣ। ਕਹਿੰਦੇ ਕਿ ਸਵੇਰੇ ਤੋਂ ਸ਼ਾਮ ਤੱਕ, ਸਵੇਰੇ ਵੀ ਤੁਹਾਡੀ ਉਸਤਤ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਆਣ ਕੇ ਰੁਕ ਜਾਂਦੀ। ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ, ਜਿਵੇਂ ਜਿਵੇਂ ਦਿਨ ਚੜ੍ਹਦਾ ਹੈ, ਪ੍ਰਭਾਤ ਵੇਲਾ ਹੁੰਦਾ ਹੈ ਅਤੇ ਸ਼ਾਮ ਦਾ ਸਮਾਂ ਆਉਂਦਾ ਹੈ ਰਹਿ ਸ਼ਾਮ ਵੇਲੇ ਤੱਕ। ਕਹਿੰਦੇ ਕਿ ਤੁਹਾਡੀ ਹੀ ਵਡਿਆਈ ਗਾਈ ਜਾਣ ਨੂੰ ਦਿਲ ਕਰਦਾ। ਸਾਰੀ ਸੰਗਤ ਤੁਹਾਡੀ ਸਿਫਤ ਕਰਦੀ ਪਈ, ਜਿੱਧਰ ਕਿਧਰੇ ਨਿਗਾਹ ਮਾਰਦਾ ਹਾਂ ਚੌਂ ਚੱਕੀ ਚਾਰੇ ਪਾਸੇ ਚਾਰਾਂ ਦਿਸ਼ਾਵਾਂ ਦੇ ਵਿੱਚ। ਕਹਿੰਦੇ ਜਿੱਧਰ ਕਿਧਰ ਮੈਂ ਨਿਗਾਹ ਮਾਰ ਕੇ ਤੱਕਦਾ ਪਿਆ ਹਾਂ, ਸੂਰਜ ਚੜ੍ਹਨ ਤੋਂ ਛਿਪਣ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਰਾਂ ਹੀ ਕੋਨਿਆਂ ਦੇ ਵਿੱਚ ਤੁਹਾਡੀ ਸਿਫਤ ਜਿਹੜੀ ਹੈ ਉਹਨੂੰ ਮੈਂ ਸੁਣਦਾ ਪਿਆ। ਲੋਹਾ ਤੋਂ ਭਾਵੈ ਚਾਨਣ,
कहते कि जेड़ा जेड़ा कोई तुहाडी सिफत करता पिया है अज्ञानता दे हनेरे चों बाहर आके हमेशा वास्ते तुहाडियां खुशियां दियां खुशी का पात्र बन जाता है। सतगुरु जी जब जिवें जिवें तुहाडे चरनां नाल जुड़िया तुहाडी पुस्तक कीती जेड़ा जेड़ा कोई आण के तुहाडे कोल बैठिया है मालका ऐसा चानण दया रूपी तुसीं कीता कि सारे ही गुनाह सारे ही ऐब सारी ही गलतियां दी खिमा मालक सच्चे पातशाह एक ऐसा दर है गुरु अर्जन साहिब जी का जिथे आण के सारियां की बराबरता दे हक मिलते हैं। ते मालका बड़ा दिल प्रसन्न हो गया कि अमृत वेला भी तुहाडे शुकराने दे विच चलदा पिया है अते संध्या दा वेला जिहड़ा है वो भी तुहाडे ही शुकराने विच चलदा पिया है। ते जदों चारां कोनियां दे विच मैं निगाह मारदा पिया ते हर एक कोने चों तुहाडी सिफत तुहाडी वडियाई तुहाडे गुणां दी गल कीती जांदी ते जिन्हां दे कंनां राहीं तुहाडी वडियाई उन्हां दे हिरदिਆਂ दे विच चले जांदी है दातिया उन्हां दे काया पलट हो के रह जाती है। जिन्नी गुरु ना सेवियो मनमुख पया हुआ कहते कि मेरे वर्गे अनेका मनमुख ऐसे और होणगे इस संसार विच जिवें मैं किसी समय तुहाडे हुक्म की उलंघना करके अवज्ञा कर ली सी। मेरे वर्गे दातिया अनेका ऐसे जीव होणगे इस गोइंदवाल साहिब दी धरती ते कि तुहानू गुरु मनण तो इनकारी हो गए होण पर आत्मक तौर ते वो मोए पे आत्मक तौर ते वो खत्म हो चुके शरीर भावें उन्हां दा चलदा पिया है पर आत्मक तौर ते वो खत्म हो चुके ने। जिन्नी गुरु ना सेवियो कहते कि वो मनमुख लोगों ने ये बड़ी बड़ी भुल कर ली है कि संसार के अंदर प्रत्यक्ष रूप में अकाल पुरख का अपना स्वरूप लैके गुरु अर्जन साहिब महाराज सबना का भला करते लिए आए पर उन्होंने मनमुखा ने यह नहीं सोचा ईर्खा करने तो पहला कि जिस गुरु अर्जन साहिब महाराज नाल ईर्खा करते पे यही अकाल पुरख परमात्मा वाहिगुरू का सच्चा स्वरूप है। दातिया मेरे तो गलती हुई सी पर आज समा बख्शिया तुसी मेरी इस गलती को सुधार दे ते मैं आप जी दे कोल यही बेनती करदा वां कि जिद्दां मैनू समा बख्शिया मेरी इस भुल दी खिमा वास्ते इदां ही साहिब जी मैं चाहुंदा हां कि जिन्ने मनमुख ने जिन्हां ने तुहाडे वल्लों मुख मोड़ लिया है उन्हां नूं भी तुसी अपने इस बाणी दे राहीं अपने शब्दां दे राहीं उन्हां दे कठोर मन नूं बदल के जीउंदे कर दे। कहंदे कि जिन्हां ने अजे तक गुरु अर्जन साहिब महाराज की सिफत नहीं की सलाहना नहीं की शरीरक तौर पर साह चलते पे ने पर आत्मक तौर पर कहते कि वो मो चुके ने खत्म हो चुके हैं। दूनी चौनी करामात सच्चे का सच्चा टोआ करामात तो भाव है कि सतगुरु के अचरज कौतक गुरु अर्जन साहिब महाराज जी की अचरजता वालियां वो बड़ियां हैं। कहते कि एक नहीं दो नहीं दूनिया चौनिया सतगुरु सच्चे पातशाह जी के वो वडियाई वाले गुण ने सच्चे का सच्चा ढोआ। कहते कि जिद्दां गुरु नानक साहिब महाराज ने सच वरताया सच नूं ढोया सच नूं सवारिया सच नूं लोकां सामने लैके आंदा आंदे कि गुरु नानक साहिब जी तो अगे चल के गुरु अर्जन साहिब महाराज जी ने उसे सच नूं किन्ना पूरी कुल कायनात दे विच फैला दिता। इस प्रकार कहते कि गुरु अर्जन साहिब जी ने अगे तो अगे गुरु दी वडियाईयां नूं वधाया ही ना कि घटाया है। चारे जागे जो जुगी पंचायन आपे हुआ अंत वाली पंक्ति विच फिर चारा गुरुओं की सिफत करते हैं गुरु नानक साहिब जी की गुरु अंगद साहिब गुरु अमरदास जी की अते गुरु रामदास जी की। कहते कि चारे जागे कहते कि चारा गुरुओं का जिहड़ा समा सी जागे तो भाव है चारा गुरुओं का जदों प्रकाश होया ते उन्होंने अपने समय दे विच संसार का भला कीता। हुण आंदे कि पंचायन आपे हुआ पंचायन तो भाव है हुण पंजवें गुरु जी का समा चलदा पिया है अते ये भी पूरे संसार का भला करते पे ते कहने लगे कि हे मेरे मारे सच्चे पातशाह जी अज मैं तुहाडी वडियाई करके अपने सारे ही गुनाहां दी तुहाडे कोलों माफी मंगदा हां। अज दा जिहड़ा पावन शब्द सी ये पूरी वार 8 शब्दां दी सी। पहला शब्द बाबा बलवंड जी दे वल्लों 3 उच्चारण कीते गए सन अते अखीरले 5 शब्द जिहड़े सन ये बाबा सत्ता जी दे वल्लों उच्चारण कीते गए सन। ये गोइंदवाल साहिब जी की घटना है और इस घटना दे विच ये दोनों भरा गुरु घर दे रागी सन कीर्तन करते सन पर लड़की की शादी होने करके बच्ची का ब्याह आनंद कार्ज होने करके कुछ
ਸੰਸਾਰੀ ਲੋਕਾਂ ਦੇ ਵੱਲੋਂ ਵੀ ਚੁੱਕਣਾ ਦਿੱਤੀ ਗਈ, ਕਿਉਂਕਿ ਘਰ ਦੇ ਵਿੱਚ ਜਦੋਂ ਪ੍ਰਿਥੀ ਚੰਦ ਨੇ ਵਿਰੋਧਤਾ ਕਰ ਦਿੱਤੀ, ਕੋਈ ਸੰਸਾਰੀ ਲੋਕਾਂ ਵੱਲੋਂ ਚੁੱਕਣਾ ਚੁੱਕੀ ਗਈ ਅਤੇ ਚੁੱਕਣਾ ਦੇ ਵਿੱਚ ਆਏ ਹੋਏ ਦੋਨਾਂ ਭਰਾਵਾਂ ਨੇ ਗੁਰੂ ਘਰ ਦੇ ਕੀਰਤਨ ਦੇ ਵੱਲੋਂ ਮੂੰਹ ਮੋੜ ਲਿਆ। ਫਿਰ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਮਨਾਉਣ ਵਾਸਤੇ ਜਾਂਦੇ ਨੇ ਤੇ ਉਦੋਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਬਹੁਤ ਮੰਦੇ ਅਤੇ ਭੈੜੇ ਲਫ਼ਜ਼ ਬੋਲ ਦਿੰਦੇ ਨੇ। ਅਤੇ ਜੇ ਅੱਜ ਕੋਈ ਸਿੱਖ ਸੰਗਤ ਦੇ ਵਿੱਚੋਂ ਉੱਠ ਕੇ ਕੀਰਤਨ ਕਰਦਾ ਹੈ ਤਾਂ ਇਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਦੌਲਤ ਸਾਡੀ ਝੋਲੀ ਦੇ ਵਿੱਚ ਕੀਰਤਨ ਦੀ ਦਾਤ ਪਈ ਹੈ। ਇਹ ਪੂਰੀ ਵਾਰ ਜਿਹੜੀ ਹੈ ਪੰਜ ਗੁਰੂ ਸਾਹਿਬਾਨਾਂ ਦੀ ਸਿਫਤ ਕਰਦਿਆਂ ਹੋਇਆਂ ਬਾਬਾ ਦੱਤਾ ਜੀ ਅਤੇ ਬਾਬਾ ਬਲਵੰਤ ਜੀ ਦੇ ਵੱਲੋਂ ਉਚਾਰੀ ਗਈ ਸੀ। ਔਰ ਇਹਦੇ ਵਿੱਚ ਜਿੱਥੇ ਜਿੱਥੇ ਇਹਨਾਂ ਗੁਰੂ ਸਾਹਿਬਾਂ ਦੀ ਵਡਿਆਈਆਂ ਕੀਤੀਆਂ, ਉੱਥੇ ਆਪਣੀ ਗਲਤੀ ਦਾ ਨਾਲ ਦੀ ਨਾਲ ਪਛਤਾਵਾ ਵੀ ਕਰਦੇ ਹੋਏ ਸਤਿਗੁਰਾਂ ਦੇ ਕੋਲੋਂ ਖਿਮਾ ਮੰਗੀ ਹੈ। ਜ਼ਿੰਦਗੀ ਚੱਲਦੀ ਦੇ ਵਿੱਚ ਸਾਡੇ ਕੋਲ ਵੀ ਅਨੇਕਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ, ਪਰ ਹਮੇਸ਼ਾ ਇਹੀ ਸੋਚ ਕੇ ਚੱਲੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਪਾਪੀ ਹਾਂ ਅਤੇ ਤੁਸੀਂ ਬਖਸ਼ਣਹਾਰ ਹੋ। ਜਿੱਦਾਂ ਬਾਬਾ ਬਲਵੰਤ ਜੀ ਅਤੇ ਬਾਬਾ ਸੱਤਾ ਜੀ ਨੂੰ ਬਖਸ਼ਿਆ ਹੈ, ਸਾਡੇ ਤਾਂ ਉਹਨਾਂ ਤੋਂ ਵੀ ਵਧੇਰੇ ਵਧੀਕ ਗੁਨਾਹ ਹੋਣਗੇ, ਕਿਉਂਕਿ ਉਹਨਾਂ ਨੇ ਤਾਂ ਫਿਰ ਵੀ ਆਪਣੇ ਗੁਨਾਹਾਂ ਸਤਿਗੁਰਾਂ ਦੇ ਸਾਹਮਣੇ ਸਵੀਕਾਰ ਕਰ ਲਿਆ ਸੀ, ਮੰਨ ਲਿਆ ਸੀ। ਅਸੀਂ ਤਾਂ ਗੁਨਾਹ ਕਰਕੇ ਵੀ ਕੇਵਲ ਰੱਬ ਦੇ ਉੱਤੇ ਗੱਲ ਸੁੱਟ ਦਿੰਦੇ ਹਾਂ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ, ਪਰ ਸਾਡਾ ਪਤਾ ਨਹੀਂ ਕਿਉਂ ਮਾੜਾ ਕਰ ਦਿੰਦਾ ਹੈ ਰੱਬ। ਸੋ ਹਮੇਸ਼ਾ ਗੁਰੂ ਅੱਗੇ ਨੀਵੇਂ ਹੋ ਕੇ ਚੱਲੀਏ ਤੇ ਗੁਰੂ ਸਦਾ ਹੀ ਮਿਹਰਾਂ ਦੀ ਕਿਰਪਾ ਦੀ ਝੜੀ ਸਾਡੇ ਉੱਤੇ ਲਾ ਦਿੰਦਾ ਹੈ। ਬਾਣੀ ਪੜ੍ਹਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਬੇਅੰਤ ਗਲਤੀਆਂ ਭੁੱਲਾਂ ਹੋ ਗਈਆਂ। ਸਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਬਖਸ਼ਣ ਜੋਗ ਹਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।